ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹ ਸਤ ਸੁਹਾਣੀਐ। ਵੱਡਾ ਬੇਪਰਵਾਹ ਅੰਤ ਨ ਜਾਣੀਐ। ਲੋ ਬਾਲੀ ਦਰਗਾਹ ਆਖ ਵਖਾਣੀਐ। ਕੁਦਰਤ ਅਗਮ ਅਥਾਹੁ ਚੋਜ ਵਿਡਾਣੀਐ। ਸੱਚੀ ਸਿਫਤ ਸਲਾਹ ਅਕਥ ਕਹਾਣੀਐ। ਸਤਿਗੁਰ ਸੱਚੇ ਵਾਹੁ ਸਦ ਕੁਰਬਾਣੀਐ। ਸਤਿਗੁਰ ਸੱਚੇ ਵਾਹੁ ਸਦ ਕੁਰਬਾਣੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਅੱਜ 21ਵੀਂ ਵਾਰ ਆਰੰਭ ਹੋਈ ਹੈ। 21ਵੀਂ ਵਾਰ ਦੀ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਪਹਿਲੀ ਪੌੜੀ ਮੰਗਲਾਚਰਨ ਦੀ ਕਰਦੇ ਹੈ। ਸਤਿਗੁਰੂ ਦੀ ਅਤੇ ਵਾਹਿਗੁਰੂ ਦੀ ਇਸ ਪਹਿਲੀ ਪੌੜੀ ਦੇ ਵਿੱਚ ਉਸਤਤ ਕਰਦੇ ਹੈ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮਾਤਮਾ ਇੱਕ ਹੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਜਿੱਥੇ ਅਕਾਲ ਪੁਰਖ ਦੀ ਮਹਿਮਾ ਕੀਤੀ ਹੈ, ਉੱਥੇ ਜਦੋਂ ਆਪਾਂ ਅਖੀਰਲੀ ਤੁਕ ਪੜ੍ਹਦੇ ਹਾਂ, ਸਤਿਗੁਰ ਸੱਚੇ ਵਾਹੁ ਸਦ ਕੁਰਬਾਣੀਐ, ਸਤਿਗੁਰੂ ਦਾ ਵੀ ਜ਼ਿਕਰ ਕੀਤਾ ਹੈ ਔਰ ਵਾਹਿਗੁਰੂ ਜੀ ਦਾ ਵੀ ਜ਼ਿਕਰ ਕੀਤਾ ਹੈ। ਗੁਰੂ ਦੀ ਅਤੇ ਪਰਮਾਤਮਾ ਦੀ ਉਸਤਤ ਭਾਈ ਸਾਹਿਬ ਜੀ ਕਰ ਰਹੇ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਜੋ ਸਤਿਗੁਰੂ ਨੇ ਮੰਗਲ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਇਹ ਮੰਗਲ ਕਰਦੇ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਹੈ ਪਰਮਾਤਮਾ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਪਾਤਸ਼ਾਹ ਸਤ ਸੁਹਾਣੀਐ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਅਕਾਲ ਪੁਰਖ ਅਤੇ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਤ ਸੁਹਾਣੀਐ, ਸਤ ਸੱਚਾ ਹੈ, ਸਦਾ ਰਹਿਣ ਵਾਲਾ ਹੈ। ਸੁਹਾਣੀਐ, ਸੁੰਦਰਤਾ ਵਾਲਾ ਹੈ। ਅਕਾਲ ਪੁਰਖ ਵਰਗਾ, ਸਤਿਗੁਰੂ ਵਰਗਾ ਕੋਈ ਸੋਹਣਾ ਨਹੀਂ ਹੈ।
ਨਾ ਅਕਾਲ ਪੁਰਖ ਕਦੇ ਮਰਦਾ ਹੈ, ਨਾ ਕਦੇ ਗੁਰੂ ਮਰਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਹਰ ਥਾਂ 'ਤੇ ਸਮਾਇਆ ਹੋਇਆ ਹੈ। ਸੋ ਇਸ ਲਈ ਗੁਰੂ ਅਤੇ ਪਰਮਾਤਮਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਸਦਾ ਰਹਿਣ ਵਾਲਾ ਹੈ, ਸੁਹਾਣੀਏ ਸ਼ੋਭਾ ਵਾਲਾ ਹੈ, ਸੁੰਦਰਤਾ ਵਾਲਾ ਹੈ। ਵੱਡਾ ਬੇਪਰਵਾਹ ਅੰਤ ਨ ਜਾਣੀਐ। ਵੱਡਾ ਬੇਪਰਵਾਹ ਹੈ। ਪਰਮਾਤਮਾ ਨੂੰ ਕਿਸੇ ਦੀ ਪਰਵਾਹ ਨਹੀਂ, ਗੁਰੂ ਨੂੰ ਵੀ ਕਿਸੇ ਦੀ ਕਾਨ ਕਨੌੜ ਨਹੀਂ ਹੈ। ਬਹੁਤ ਵੱਡਾ ਬੇਪਰਵਾਹ ਹੈ। ਅੰਤ ਨਾ ਜਾਣੀਐ, ਅਤੇ ਉਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਲਉ ਬਾਲੀ ਦਰਗਾਹ ਆਖ ਵਖਾਣੀਐ। ਲਉ ਬਾਲੀ ਕਹਿੰਦੇ ਬੇਪਰਵਾਹ ਨੂੰ। ਉਸ ਦੀ ਦਰਗਾਹ, ਉਹਦਾ ਦਰਬਾਰ ਬੇਪਰਵਾਹੀ ਵਾਲਾ ਹੈ। ਆਖ ਵਖਾਣੀਐ, ਅਤੇ ਸਾਰੇ ਹੀ ਉਸ ਦੇ ਦਰਬਾਰ ਨੂੰ, ਉਹਦੀ ਦਰਗਾਹ ਨੂੰ ਬੇਪਰਵਾਹ ਕਰਕੇ ਹੀ ਕਥਨ ਕਰਦੇ ਹੈ। ਸਾਰੇ ਇਹੀ ਕਹਿੰਦੇ ਹੈ ਉਹ ਆਪ ਬੇਪਰਵਾਹ ਹੈ, ਉਹਦੀ ਦਰਗਾਹ ਬੇਪਰਵਾਹੀ ਵਾਲੀ ਹੈ, ਉਹਦਾ ਦਰਬਾਰ ਬੇਪਰਵਾਹ ਹੈ। ਇਸ ਤਰ੍ਹਾਂ ਹੀ ਸਾਰੇ ਆਖ ਕੇ ਦੱਸਦੇ ਹੈ। ਕੁਦਰਤ ਅਗਮ ਅਥਾਹੋ ਚੋਜ ਵਿਡਾਣੀਐ। ਜਿੱਥੇ ਕਾਦਰ ਪਰਮਾਤਮਾ ਆਪ ਬੇਅੰਤ ਹੈ, ਭਾਈ ਗੁਰਦਾਸ ਜੀ ਕਹਿੰਦੇ ਉੱਥੇ ਕਾਦਰ ਦੀ ਰਚੀ ਹੋਈ ਕੁਦਰਤ ਅਗੰਮ ਹੈ, ਅਥਾਹੋ, ਜਿਹਦਾ ਕੋਈ ਥਾਹ ਨਹੀਂ ਪਾਇਆ ਜਾ ਸਕਦਾ। ਉਹ ਆਪ ਵੀ ਬੇਅੰਤ ਹੈ, ਉਹਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਹੈ। ਮਨ ਦੀ ਪਹੁੰਚ ਨਹੀਂ ਉੱਥੋਂ ਤੱਕ, ਕੋਈ ਥਾਂ ਨਹੀਂ ਪਾ ਸਕਦਾ ਉਹਦੀ ਕੁਦਰਤ ਦਾ। ਚੋਜ ਵਿਡਾਣੀਐ, ਪਰਮਾਤਮਾ ਆਪ ਅਸਚਰਜ ਕੌਤਕਾਂ ਦੇ ਕਰਨ ਵਾਲਾ ਹੈ। ਸੱਚੀ ਸਿਫਤ ਸਲਾਹ ਅਕਥ ਕਹਾਣੀਐ। ਉਹਦੀ ਸਿਫਤ ਸਲਾਹ ਸਦਾ ਰਹਿਣ ਵਾਲੀ ਹੈ, ਸੱਚੀ। ਉਹਦੀ ਸਿਫਤ ਸਲਾਹ ਸੱਚੀ ਹੈ। ਦੁਨੀਆ ਦੇ ਵਿੱਚ ਕੋਈ ਬੰਦਾ ਕਿਸੇ ਦੀ ਝੂਠੀ ਉਸਤਤ ਕਰਦਾ ਹੈ, ਪਰ ਜਿਹਦੀ ਉਹ ਉਸਤਤ ਕਰਦਾ ਉਹਦੇ ਵਿੱਚ ਉਹ ਗੁਣ ਨਹੀਂ ਹੁੰਦੇ। ਉਹਦੇ ਗੁਣਾਂ ਨੂੰ ਗਿਣ ਗਿਣ ਕੇ ਦੱਸਦਾ ਵੀ ਫਲਾਣੇ ਬੰਦੇ ਵਿੱਚ ਆਹ ਗੁਣ ਨੇ, ਇੱਦਾਂ ਦਾ ਹੈ, ਪਰ ਜਦੋਂ ਉਹਦੇ ਜੀਵਨ ਵਿੱਚ ਵੇਖਿਆ ਜਾਂਦਾ ਤਾਂ ਉਹਦੇ ਜੀਵਨ ਵਿੱਚੋਂ ਗੁਣ ਬਿਲਕੁਲ ਨਜ਼ਰ ਨਹੀਂ ਆਉਂਦੇ। ਪਰ ਪਰਮਾਤਮਾ, ਉਹਦੀ ਸਿਫਤ ਸਲਾਹ ਸੱਚੀ ਹੈ। ਉਹ ਗੁਣਾਂ ਦਾ ਸਮੁੰਦਰ ਹੈ, ਗੁਣਾਂ ਦਾ ਭੰਡਾਰਾ ਹੈ, ਗੁਣਾਂ ਦਾ ਖਜ਼ਾਨਾ ਹੈ। ਉਹਦੀ ਸਿਫਤ ਸਲਾਹ ਸਦਾ ਕਾਇਮ ਰਹਿਣ ਵਾਲੀ ਹੈ। ਅਕਥ ਕਹਾਣੀ ਹੈ, ਉਹਦੀ ਕਹਾਣੀ ਅਕਥ ਹੈ, ਭਾਵ ਪਰਮਾਤਮਾ ਕਥਨ ਤੋਂ ਬਾਹਰਾ ਹੈ। ਸਤਿਗੁਰ ਸੱਚੇ ਵਾਹੋ ਸਦ ਕੁਰਬਾਣੀਐ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਸੱਚੇ ਸਤਿਗੁਰੂ ਤੋਂ, ਵਾਹਿਗੁਰੂ ਤੋਂ ਸਦਾ ਹੀ ਕੁਰਬਾਨ ਜਾਈਏ। ਸਤਿਗੁਰ ਸੱਚੇ ਵਾਹੋ, ਸਤਿਗੁਰੂ ਦਾ ਵੀ ਜ਼ਿਕਰ ਹੈ ਅਤੇ ਵਾਹੋ। ਸਤਿਗੁਰ, ਪਰਮਾਤਮਾ ਔਰ ਸਤਿਗੁਰੂ ਦੋਵਾਂ ਦੀ ਸਾਂਝੀ ਮਹਿਮਾ ਕੀਤੀ ਹੈ ਭਾਈ ਗੁਰਦਾਸ ਜੀ ਨੇ, ਕਿਉਂਕਿ ਗੁਰੂ ਅਤੇ ਪ੍ਰਭੂ ਦੇ ਵਿੱਚ ਕੋਈ ਭਿੰਨ ਭੇਦ ਫਰਕ ਨਹੀਂ ਹੈ। ਸਤਿਗੁਰੂ ਅਤੇ ਪਰਮਾਤਮਾ, ਭਾਈ ਗੁਰਦਾਸ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ ਸਤਿਗੁਰੂ ਤੋਂ, ਪ੍ਰਭੂ ਤੋਂ। ਸਤਿਗੁਰੂ ਪ੍ਰਭੂ ਦਾ ਸਵਰੂਪ ਹੈ, ਔਰ ਸਤਿਗੁਰੂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਅਤੇ ਜੋਤੀ ਸਵਰੂਪ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਸੋ ਇਸ ਲਈ ਮੈਂ ਗੁਰੂ ਤੋਂ ਔਰ ਪਰਮਾਤਮਾ ਤੋਂ, ਅਕਾਲ ਪੁਰਖ ਤੋਂ ਬਲਿਹਾਰ ਜਾਂਦਾ ਹਾਂ। ਦੂਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਇਸੇ ਤਰ੍ਹਾਂ ਅਕਾਲ ਪੁਰਖ ਦੀ ਮਹਿਮਾ ਕਰ ਰਹੇ ਹੈ। ਬ੍ਰਹਮੇ ਬਿਸ਼ਨ ਮਹੇਸ਼ ਲਖ ਧਿਆਏ ਦੇ। ਲੱਖਾਂ ਬ੍ਰਹਮੇ
ਲੱਖਾਂ ਵਿਸ਼ਨੂੰ ਅਤੇ ਲੱਖਾਂ ਹੀ ਸ਼ਿਵ ਜੀ ਪਰਮਾਤਮਾ ਨੂੰ ਸਦਾ ਹੀ ਧਿਆਉਂਦੇ ਰਹਿੰਦੇ ਹੈ। ਅਥਵਾ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਸ਼ਿਵ ਜੀ ਇਹ ਲੱਖਾਂ ਵਾਰ ਅਕਾਲ ਪੁਰਖ ਨੂੰ ਧਿਆਉਂਦੇ ਰਹਿੰਦੇ ਹੈ। ਨਾਰਦ ਸਾਰਦ ਸੇਸ ਕੀਰਤ ਗਾਏ ਦੇ। ਨਾਰਦ ਰਿਸ਼ੀ ਅਤੇ ਸਾਰਦ ਕਹਿੰਦੇ ਸਰਸਵਤੀ ਨੂੰ। ਨਾਰਦ ਰਿਸ਼ੀ, ਸਰਸਵਤੀ ਅਤੇ ਸ਼ੇਸ਼ ਨਾਗ ਇਹ ਸਾਰੇ ਹੀ ਕੀਰਤ ਗਾਏ ਦੇ ਪਰਮਾਤਮਾ ਦੀ ਕੀਰਤ ਗਾਉਂਦੇ ਹੈ, ਵਾਹਿਗੁਰੂ ਦੀਆਂ ਸਿਫਤਾਂ ਕਰਦੇ ਰਹਿੰਦੇ ਹੈ। ਗਣ ਗੰਧਰਵ ਗਣੇਸ਼ ਨਾਦ ਵਜਾਏ ਦੇ। ਗਣ ਜਿਹੜੇ ਸ਼ਿਵ ਜੀ ਦੇ ਗਣ ਨੇ, ਨੰਦੀ ਭ੍ਰਿੰਗੀ ਇਤਿਆਦਿਕ, ਇਹ ਗਣ ਅਤੇ ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਹਨ। ਗਣੇਸ਼ ਸ਼ਿਵ ਜੀ ਦਾ ਪੁੱਤਰ। ਗਣ ਗੰਧਰਵ ਅਤੇ ਗਣੇਸ਼ ਇਹ ਸਾਰੇ ਹੀ ਵਾਹਿਗੁਰੂ ਦੀ ਸਿਫਤ ਦੇ ਵਾਜੇ ਵਜਾਉਂਦੇ ਹੈ ਅਤੇ ਉਹਨੂੰ ਗਾਉਂਦੇ ਹੈ। ਛੇ ਦਰਸ਼ਨ ਕਰ ਵੇਸ ਸਾਂਗ ਬਣਾਏ ਦੇ। ਛੇ ਦਰਸ਼ਨਾਂ ਵਾਲੇ, ਛੇ ਦਰਸ਼ਨਾਂ ਨੂੰ ਮੰਨਣ ਵਾਲੇ ਜਿਹੜੇ ਜੋਗੀ ਜੰਗਮ ਸਰੇਵੜੇ ਇਤਿਆਦਿਕ ਹਨ, ਇਹ ਛੇ ਦਰਸ਼ਨਾਂ ਵਾਲੇ ਲਿਬਾਸ ਧਾਰ ਕੇ, ਵੇਸ ਕਰਕੇ ਸਾਂਗ ਬਣਾਏ ਦੇ ਅਤੇ ਸਵਾਂਗ ਰਚਦੇ ਹੈ। ਅਤੇ ਸਵਾਂਗ ਰਚ ਰਚ ਕੇ ਤਮਾਸ਼ਾ ਕਰਦੇ ਹੈ, ਲੋਕਾਂ ਨੂੰ ਦਿਖਾਉਂਦੇ ਹੈ ਅਤੇ ਉਹਦੀ ਉਸਤਤ ਕਰਦੇ ਹੈ। ਗੁਰ ਚੇਲੇ ਉਪਦੇਸ ਕਰਮ ਕਮਾਏ ਦੇ। ਗੁਰੂ ਜਿਹੜੇ ਹੈ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਹੈ, ਸਿੱਖਿਆ ਦਿੰਦੇ ਹੈ। ਫਿਰ ਚੇਲੇ ਕੀ ਕਰਦੇ ਹੈ? ਕਰਮ ਕਮਾਏ ਦੇ। ਚੇਲੇ ਅੱਗੇ ਗੁਰੂ ਨੇ ਜੋ ਦੱਸਿਆ ਉਹ ਕਰਮ ਕਮਾਉਂਦੇ ਹੈ। ਜਿਵੇਂ ਜਿਵੇਂ ਗੁਰੂ ਨੇ ਦੱਸਿਆ ਉਵੇਂ ਉਵੇਂ ਉਹ ਚੇਲੇ ਕਰਮ ਕਰਦੇ ਹੈ। ਆਦ ਪੁਰਖ ਆਦੇਸ ਪਾਰ ਨਾ ਪਾਏ ਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਦਿ ਪੁਰਖ ਪਰਮਾਤਮਾ ਨੂੰ ਆਦੇਸ਼ ਨਮਸਕਾਰ ਹੈ। ਭਾਈ ਸਾਹਿਬ ਜੀ ਕਹਿੰਦੇ ਜਿੰਨੇ ਵੀ ਮੈਂ ਇਹ ਗਿਣੇ ਹੈ ਇਹ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ, ਇਹ ਉਹਦਾ ਪਾਰ ਨਹੀਂ ਪਾਉਂਦੇ। ਬ੍ਰਹਮਾ ਵਿਸ਼ਨੂੰ ਮਹੇਸ਼ ਨਾਰਦ ਮੁਨੀ ਸਰਸਵਤੀ ਸ਼ੇਸ਼ ਨਾਗ ਗਣ ਗੰਧਰਵ ਗਣੇਸ਼ ਛੇ ਦਰਸ਼ਨਾਂ ਵਾਲੇ ਗੁਰੂ ਚੇਲੇ ਇਹ ਜਿੰਨੇ ਵੀ ਹਨ ਇਹ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਗਾਉਂਦੇ ਹੈ, ਪਰ ਵਾਹਿਗੁਰੂ ਉਹ ਬੇਅੰਤ ਹੈ, ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ। ਸੋ ਆਦਿ ਪੁਰਖ ਨੂੰ ਨਮਸਕਾਰ ਹੈ। ਅਥਵਾ ਆਦਿ ਪੁਰਖ ਦਾ ਸਵਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਨੂੰ ਸਾਰੇ ਗਾਉਂਦੇ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਕੋਈ ਵੀ ਸਤਿਗੁਰੂ ਦਾ ਪਾਰ ਨਹੀਂ ਪਾ ਸਕਦਾ ਹੈ। ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤ ਬਚਨ ਉਚਾਰਦੇ ਹੈ। ਜਿਹੜੇ ਇਸਲਾਮ ਨੂੰ ਮੰਨਣ ਵਾਲੇ ਹੈ ਅਤੇ ਇਸਲਾਮ ਦੇ ਵਿੱਚ ਜਿਹੜੇ ਉੱਚੇ ਦਰਜਿਆਂ ਵਾਲੇ ਹੈ ਉਹ ਅੱਲਾ ਨੂੰ ਧਿਆਉਂਦੇ ਹੈ, ਉਹਦੇ ਦਰ ਤੋਂ ਬਖਸ਼ਿਸ਼ਾਂ ਮੰਗਦੇ ਹੈ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਅਤੇ ਉਹਨੂੰ ਧਿਆਉਣ ਵਾਲਿਆਂ ਦੇ ਵਿੱਚੋਂ ਵਿਰਲੇ ਹੀ ਹੈ ਜਿਹੜੇ ਭਾਗਾਂ ਵਾਲੇ ਰੱਬ ਦੀ ਦਰਗਾਹ ਦੇ ਵਿੱਚ ਉੱਚਾ ਮੁਰਾਤਬਾ ਪ੍ਰਾਪਤ ਕਰਦੇ ਹੈ। ਤੀਸਰੀ ਪੌੜੀ ਵਿੱਚ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹੈ। ਪੀਰ ਪੈਗੰਬਰ ਹੋਏ ਕਰਦੇ ਬੰਦਗੀ। ਮੁਸਲਮਾਨਾਂ ਦੇ ਵਿੱਚ ਜਿਹੜੇ ਪੀਰ ਪੈਗੰਬਰ ਹਨ ਇਹ ਪੀਰ ਪੈਗੰਬਰ ਹੋ ਕੇ ਆਦਿ ਪੁਰਖ ਦੀ ਅੱਲਾ ਦੀ ਬੰਦਗੀ ਕਰਦੇ ਹੈ। ਸੇਖ ਮਸਾਇਕ ਹੋਏ ਕਰ ਮੋਹ ਛੰਦਗੀ। ਜਿਹੜੇ ਸ਼ੇਖ ਹਨ ਅਤੇ ਸ਼ੇਖ ਦਾ ਹੀ ਬਹੁਵਚਨ ਮਸਾਇਕ ਅਥਵਾ ਮਸਾਇਕ ਦਾ ਅਰਥ ਹੁੰਦਾ ਜਿਹੜੇ ਮਿਹਨਤਾਂ ਕਰਨ ਵਾਲੇ ਹੈ, ਘਾਲ ਕਮਾਈ ਕਰਨ ਵਾਲੇ ਹੈ। ਸ਼ੇਖ ਅਤੇ ਮਿਹਨਤਾਂ ਕਰਨ ਵਾਲੇ, ਘਾਲ ਕਮਾਈਆਂ ਕਰਨ ਵਾਲੇ, ਧਰਮ ਦੀ ਕਿਰਤ ਵੀ ਕਰਦੇ ਹੈ ਅਤੇ ਪਰਮਾਰਥ ਵਾਲੇ ਪਾਸੇ ਵੀ ਘਾਲਣਾ ਘਾਲਦੇ ਹੈ।
ਐਸੇ ਜਿਹੜੇ ਮਿਹਨਤਾਂ ਕਰਨ ਵਾਲੇ ਹੈ ਮਸਾਇਕ, ਸੇਖ ਮਸਾਇਕ ਹੋਏ, ਸੇਖ ਮਸਾਇਕ ਹੋ ਕੇ ਕਰ ਮੋਹ ਛੰਦਗੀ। ਇਹ ਜਿਹੜੇ ਨੇ ਵਾਹਿਗੁਰੂ ਦੇ ਅੱਗੇ, ਅੱਲਾ ਦੇ ਅੱਗੇ ਮਿੰਨਤਾਂ ਕਰਦੇ ਰਹਿੰਦੇ ਹੈ, ਉਹਦੇ ਅੱਗੇ ਤਰਲੇ ਕਰਦੇ ਹੈ, ਉਹਦੇ ਅੱਗੇ ਅਰਦਾਸਾਂ ਕਰਦੇ ਹੈ। ਮੋਹ ਛੰਦਗੀ ਦਾ ਭਾਵ ਮੁਥਾਜੀ ਕਰਨੀ, ਮਤਲਬ ਉਹਦੀ ਆਸ ਰੱਖਦੇ ਹੈ, ਉਹਦੀ ਮਿੰਨਤਦਾਰੀ ਕਰਦੇ ਹੈ ਪਰਮਾਤਮਾ ਦੀ। ਗੌਸ ਕੁਤਬ ਕਈ ਲੋਏ ਦਰ ਬਖਸ਼ੰਦਗੀ। ਇਸੇ ਤਰ੍ਹਾਂ ਗੌਸ ਅਤੇ ਕੁਤਬ ਇਹ ਵੀ ਮੁਸਲਮਾਨਾਂ ਦੇ ਵਿੱਚ ਉੱਚੇ ਦਰਜੇ ਹਨ। ਗੌਸ ਕੁਤਬ ਮੁਸਲਮਾਨੀ ਮੱਤ ਦੇ ਇਹ ਆਚਾਰੇ ਹਨ, ਵਿਦਵਾਨ ਹਨ। ਭਾਈ ਗੁਰਦਾਸ ਜੀ ਕਹਿੰਦੇ ਗੌਸ ਕੁਤਬ ਅਤੇ ਕਈ ਲੋਕ ਖੁਦਾ ਦੇ ਦਰ ਤੋਂ ਬਖਸ਼ੰਦਗੀ, ਬਖਸ਼ਿਸ਼ਾਂ ਮੰਗਦੇ ਹੈ, ਉਹਦੇ ਦਰ ਤੋਂ ਸਦਾ ਹੀ ਬਖਸ਼ਿਸ਼ਾਂ ਚਾਹੁੰਦੇ ਹੈ। ਐ ਅੱਲਾ ਕਿਰਪਾ ਕਰ ਸਾਡੀ ਝੋਲੀ ਬਖਸ਼ਿਸ਼ਾਂ ਦੇ ਨਾਲ ਭਰ ਦੇ। ਸੋ ਐਦਾਂ ਉਹਦੇ ਦਰ ਤੋਂ ਬਖਸ਼ਿਸ਼ਾਂ ਸਦਾ ਹੀ ਮੰਗਦੇ ਰਹਿੰਦੇ ਹੈ ਗੌਸ ਕੁਤਬ ਜਿਹੜੇ ਹੈ। ਦਰ ਦਰਵੇਸ਼ ਖਲੋਏ ਮਸਤ ਮਸੰਦਗੀ। ਦਰ ਦਰਵੇਸ਼ ਖਲੋਏ, ਕਈ ਦਰਵੇਸ਼ ਬਣ ਕੇ ਅਤੇ ਪਰਮਾਤਮਾ ਦੇ ਅੱਲਾ ਦੇ ਦਰਵਾਜ਼ੇ 'ਤੇ ਖਲੋਂਦੇ ਹੈ। ਮਸਤ ਮਸੰਦਗੀ, ਅਤੇ ਮਸਤ ਰਹਿੰਦੇ ਹੈ ਉਹਦੇ ਪਿਆਰ ਦੇ ਵਿੱਚ। ਮਸੰਦਗੀ ਕਹਿੰਦੇ ਹੈ ਉਹ ਮਸਨਦ 'ਤੇ ਗੱਦੀ 'ਤੇ ਬੈਠਣ ਵਾਲੇ ਆਗੂ ਜਿਹੜੇ ਹੈ। ਇਸਲਾਮੀ ਮੱਤ ਦੇ ਵਿੱਚ ਜਿਹੜੇ ਆਗੂ ਹਨ, ਗੱਦੀ 'ਤੇ ਉੱਚੇ ਥਾਂ 'ਤੇ ਬੈਠਣ ਵਾਲੇ, ਹੋਰਨਾਂ ਨੂੰ ਧਰਮ ਦੀ ਸਿੱਖਿਆ ਦੇਣ ਵਾਲੇ, ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਮਸਤ ਖਲੋਤੇ ਰਹਿੰਦੇ ਹੈ। ਉਹਦੇ ਦਰ 'ਤੇ ਅਰਜ਼ੋਈਆਂ ਕਰਦੇ ਹੈ, ਉਹਦੀਆਂ ਸਿਫਤਾਂ ਕਰਦੇ ਹੈ। ਵਲੀ ਉਲਹ ਸੁਣ ਸੋਏ ਕਰਨ ਪਸੰਦਗੀ। ਜਿਹੜੇ ਵਲੀ ਉਲਹ ਕਹਿੰਦੇ ਹੈ ਖੁਦਾ ਦਾ ਪਿਆਰਾ, ਰੱਬ ਦਾ ਪਿਆਰਾ। ਸੋ ਜਿਹੜੇ ਐਸੇ ਹਨ ਰੱਬ ਦੇ ਪਿਆਰੇ, ਸੁਣ ਸੋਏ, ਸੋਏ ਮੈਨੇ ਸ਼ੋਭਾ, ਉਹ ਖੁਦਾ ਦੀ ਸ਼ੋਭਾ ਨੂੰ ਸੁਣ ਕੇ ਕਰਨ ਪਸੰਦਗੀ, ਅਤੇ ਖੁਦਾ ਦੀ ਸ਼ੋਭਾ ਕਰਨੀ ਔਰ ਸੁਣਨੀ ਹੀ ਪਸੰਦ ਕਰਦੇ ਹੈ। ਅੱਲਾ ਦੀ ਸਿਫਤ ਨੂੰ ਸੁਣਦੇ ਹੈ, ਕਰਨ ਫਿਰ ਉਹਦੀਆਂ ਸਿਫਤਾਂ ਕਰਦੇ ਹੈ, ਅਤੇ ਇਹ ਕਰਨਾ ਹੀ ਉਹਨਾਂ ਨੂੰ ਪਸੰਦਗੀ ਦਾ ਅਰਥ ਪਸੰਦ ਹੈ। ਅਥਵਾ ਪਸੰਦਗੀ ਦਾ ਭਾਵ ਹੈ ਪ੍ਰਸੰਨ ਹੁੰਦੇ ਹੈ। ਉਹ ਜਿਹੜੇ ਹੈ ਨਾ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹੋਏ, ਸੁਣਦੇ ਹੋਏ ਪ੍ਰਸੰਨ ਹੁੰਦੇ ਹੈ। ਸੋ ਮੁੱਖ ਅਰਥ ਪਸੰਦਗੀ, ਉਹਨਾਂ ਨੂੰ ਇਹ ਪਸੰਦ ਹੈ ਵੀ ਅਸੀਂ ਵਾਹਿਗੁਰੂ ਦੀਆਂ ਸਿਫਤਾਂ ਕਰੀਏ ਅਤੇ ਉਹਦੀਆਂ ਸਿਫਤਾਂ ਸੁਣੀਏ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਸਿਫਤਾਂ ਸੁਣ ਸੁਣ ਕੇ ਖੁਸ਼ ਹੁੰਦੇ ਹੈ। ਦਰਗਹਿ ਵਿਰਲਾ ਕੋਏ ਬਖਤ ਬਲੰਦਗੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਕਹਿੰਦੇ ਮੈਂ ਜਿੰਨੇ ਵੀ ਇਹ ਗਿਣੇ ਹੈ ਪੀਰ ਪੈਗੰਬਰ ਬੰਦਗੀ ਕਰਦੇ ਹੈ, ਸ਼ੇਖ ਮਸ਼ਾਇਕ ਉਹਦੀ ਆਸ ਰੱਖਦੇ ਹੈ, ਗੌਸ ਕੁਤਬ ਉਹਦੇ ਦਰ ਤੋਂ ਬਖਸ਼ਿਸ਼ਾਂ ਮੰਗਦੇ ਹੈ, ਉਹਦੇ ਦਰ 'ਤੇ ਖਲੋਤੇ ਨੇ, ਮਸਤ ਨੇ ਉਹਦੇ ਪਿਆਰ ਦੇ ਵਿੱਚ, ਉਹਦੀ ਸ਼ੋਭਾ ਨੂੰ ਸੁਣਦੇ ਹੈ। ਸੋ ਇਹਨਾਂ ਵਿੱਚੋਂ ਦਰਗਹਿ ਵਿਰਲਾ ਕੋਏ ਬਖਤ ਬਲੰਦਗੀ, ਦਰਗਾਹ ਵਿਖੇ ਉੱਚੇ ਭਾਗਾਂ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਕਰਦੇ ਤਾਂ ਸਾਰੇ ਨੇ ਉਹਦੀਆਂ ਸਿਫਤਾਂ, ਪਰ ਰੱਬੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਪਾਉਣ ਵਾਲਾ ਕੋਈ ਉੱਚੇ ਵੱਡੇ ਭਾਗਾਂ ਵਾਲਾ ਹੈ। ਬਖਤ ਬਲੰਦਗੀ, ਬਖਤ ਤੋਂ ਭਾਵ ਭਾਗ, ਕਿਸਮਤ, ਬਲੰਦਗੀ ਉੱਚੀ ਕਿਸਮਤ ਵਾਲਾ, ਵੱਡੇ ਭਾਗਾਂ ਵਾਲਾ ਕੋਈ ਵਿਰਲਾ ਹੀ ਹੈ ਜਿਹੜਾ ਉੱਥੇ ਸਤਿਕਾਰ ਪਾਉਂਦਾ ਹੈ। ਸੋ ਇੱਥੇ ਪਾਠ ਬਿਲੰਦਗੀ ਵੀ ਹੈ, ਪਾਠੰਤਰ ਬਿਲੰਦਗੀ, ਬਖਤ ਬਲੰਦਗੀ ਅਤੇ ਬਖਤ ਬਿਲੰਦਗੀ, ਇਹ ਦੋਨੋਂ ਪਾਠ ਆਉਂਦੇ ਹੈ।
21ਵੀਂ ਵਾਰ ਦੀ ਅਗਲੀ ਚੌਥੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹੈ, ਜਿਹੜਾ ਕਾਦਰ ਹੈ ਨਾ ਪਰਮਾਤਮਾ, ਉਹਨੂੰ ਸਾਰੇ ਸੁਣ ਸੁਣ ਕੇ ਕਥਨ ਕਰਦੇ ਹੈ। ਵਿਰਲੇ ਨੇ ਜਿਹੜੇ ਉਹਦੀਆਂ ਸਿਫਤਾਂ ਕਰਦੇ ਹੋਏ ਉਹਦੇ ਵਿੱਚ ਅਭੇਦ ਹੁੰਦੇ ਹੈ। ਸੁਣ ਆਖਾਣ ਵਖਾਣ ਆਖ ਵਖਾਣਿਆ। ਆਖਾਣ ਵਖਾਣ ਦਾ ਭਾਵ ਹੁੰਦਾ ਹੈ ਅਖਾਣਾਂ ਦੇ ਕਥਨ, ਸ਼ਾਸਤਰਾਂ ਦੇ, ਧਰਮ ਗ੍ਰੰਥਾਂ ਦੇ ਜਿਹੜੇ ਕਥਨ ਨੇ। ਧਰਮ ਗ੍ਰੰਥਾਂ ਦੇ ਵਿੱਚ ਜੋ ਪਰਮਾਤਮਾ ਨੂੰ ਵਰਣਨ ਕੀਤਾ ਗਿਆ ਹੈ। ਸੁਣ ਆਖਾਣ ਵਖਾਣ, ਧਰਮ ਗ੍ਰੰਥਾਂ ਦੇ ਕੀਤੇ ਹੋਏ ਵਰਣਨ ਨੂੰ ਸੁਣ ਕੇ ਆਖ ਵਖਾਣਿਆ, ਅਤੇ ਜਿਹੜੇ ਲੋਕ ਨੇ ਅੱਗੇ ਕਹਿ ਕਹਿ ਕੇ ਵਖਿਆਨ ਕਰਦੇ ਹੈ। ਜੋ ਧਰਮ ਗ੍ਰੰਥਾਂ ਵਿੱਚ ਲਿਖਿਆ, ਧਰਮ ਪੁਸਤਕਾਂ ਵਿੱਚ ਲਿਖਿਆ, ਜੋ ਰੱਬ ਦੇ ਬਾਰੇ ਉੱਥੇ ਲਿਖਿਆ, ਉਹਨੂੰ ਸੁਣ ਕੇ ਅਤੇ ਫਿਰ ਅੱਗੇ ਆਖ ਕੇ ਲੋਕਾਂ ਨੂੰ ਦੱਸਦੇ ਹੈ, ਅੱਗੇ ਵਰਣਨ ਕਰਦੇ ਹੈ। ਹਿੰਦੂ ਮੁਸਲਮਾਨ ਨਾ ਸੱਚ ਸਿਆਣਿਆ। ਹਿੰਦੂ ਅਤੇ ਮੁਸਲਮਾਨ ਨੇ ਸੱਚੇ ਨੂੰ ਨਹੀਂ ਪਛਾਣਿਆ, ਕਿਉਂਕਿ ਇਹ ਦਿਸ਼ਾਵਾਂ ਦੇ ਝਗੜੇ ਪਾ ਕੇ ਬੈਠੇ ਸਨ। ਕੋਈ ਕਹਿੰਦਾ ਸੀ ਖੁਦਾ ਪੱਛਮ ਵਿੱਚ ਹੈ, ਕੋਈ ਕਹਿੰਦਾ ਸੀ ਨਹੀਂ ਉਹ ਤਾਂ ਦੱਖਣ ਵਿੱਚ ਹੈ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲ੍ਹਹਿ ਮੁਕਾਮਾ। ਦਿਲ ਮਹਿ ਖੋਜ ਦਿਲੈ ਦਿਲ ਖੋਜਹੁ, ਇਹੀ ਠੌਰ ਮੁਕਾਮਾ। ਉਹ ਅੰਤਰਮੁਖੀ ਨਹੀਂ ਹੋਏ, ਆਪਣੇ ਅੰਦਰ ਉਹਨਾਂ ਨੇ ਝਾਤ ਨਹੀਂ ਮਾਰੀ। ਭਾਈ ਗੁਰਦਾਸ ਜੀ ਕਹਿੰਦੇ ਮੁਸਲਮਾਨ ਅਤੇ ਹਿੰਦੂ ਇਹ ਸੱਚ ਨੂੰ ਨਹੀਂ ਪਛਾਣ ਸਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਮੱਕੇ ਜਾਂਦੇ ਆ, ਉੱਥੇ ਉਹ ਪੁੱਛਦੇ ਹੈ ਹਿੰਦੂ ਵੱਡਾ ਕਿ ਮੁਸਲਮਾਨ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਜਵਾਬ ਦਿੱਤਾ ਆਪਾਂ ਸੁਣਿਆ ਪਹਿਲੀ ਵਾਰ ਦੇ ਵਿੱਚ। ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਮਹਾਰਾਜ ਨੇ ਕਿਹਾ ਸ਼ੁਭ ਅਮਲਾਂ ਤੋਂ ਬਿਨਾਂ ਦੋਵੇਂ ਹੀ ਰੋਂਦੇ ਨੇ। ਸਫਲ ਉਹ ਹੈ ਜਿਹਨੇ ਸੱਚੇ ਦੀਆਂ ਸਿਫਤਾਂ ਕੀਤੀਆਂ ਅਤੇ ਇੱਕ ਦਾ ਸਿਮਰਨ ਕੀਤਾ, ਇੱਕ ਦੀ ਅਰਾਧਨਾ ਕੀਤੀ ਹੈ। ਕ੍ਰਿਤ ਨੂੰ ਛੱਡ ਕੇ ਜਿਹੜਾ ਕਰਤੇ ਦੀ ਬੰਦਗੀ ਕਰਦਾ ਹੈ, ਸੋ ਉਹੀ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ। ਹਿੰਦੂ ਮੁਸਲਮਾਨ ਨਾ ਸੱਚ ਸਿਆਣਿਆ, ਅਤੇ ਹਿੰਦੂ ਅਤੇ ਮੁਸਲਮਾਨ ਇਹਨਾਂ ਸੱਚ ਨੂੰ ਨਹੀਂ ਪਛਾਣਿਆ, ਸੱਚੇ ਨੂੰ, ਵਾਹਿਗੁਰੂ ਨੂੰ। ਦਰਗਹਿ ਪਤ ਪਰਵਾਨ ਮਾਣ ਨਿਮਾਣਿਆ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਸੇ ਦੀ ਇੱਜ਼ਤ ਪ੍ਰਵਾਨ ਹੁੰਦੀ ਹੈ, ਮਾਣ ਨਿਮਾਣਿਆ, ਜਿਸ ਨੇ ਮਾਣ ਵਾਲਾ ਹੋ ਕੇ ਨਿਮਾਣੇ ਹੋ ਕੇ ਰਹਿਣਾ ਕੀਤਾ। ਨਿਮਰਤਾ ਧਾਰਨ ਕਰਕੇ ਜਿਹੜਾ ਰਹਿੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹੀ ਰੱਬ ਦੀ ਦਰਗਾਹ ਦੇ ਵਿੱਚ ਵੱਡਾ ਸਤਿਕਾਰ ਪਾਉਂਦਾ ਹੈ। ਵੇਦ ਕਤੇਬ ਕੁਰਾਨ ਨਾ ਆਖਰ ਜਾਣਿਆ। ਵੇਦ ਕਤੇਬ ਅਤੇ ਕੁਰਾਨ, ਵੇਦ ਸਨਾਤਨ ਮਤ ਦੇ ਧਰਮ ਗ੍ਰੰਥ ਹਨ, 4 ਵੇਦ ਹਨ। ਇਸੇ ਤਰ੍ਹਾਂ ਇਸਲਾਮੀ ਮਤ ਦੇ ਗ੍ਰੰਥ ਕਤੇਬ ਕੁਰਾਨ। ਭਾਈ ਗੁਰਦਾਸ ਜੀ ਕਹਿੰਦੇ ਵੇਦ ਕਤੇਬ ਕੁਰਾਨ ਨਾ ਆਖਰ ਜਾਣਿਆ। ਇਹਨਾਂ ਨੇ ਪਰਮਾਤਮਾ ਦੇ ਓੜਕ ਨੂੰ, ਅੰਤ ਨੂੰ ਨਹੀਂ ਜਾਣਿਆ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹ ਏਡਾ ਵੱਡਾ ਉਹਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ। ਕੋਏ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ। ਤੇਰਾ ਵਿਸਥਾਰ, ਤੇਰਾ ਫੈਲਾਵ ਕਿੱਡਾ ਕੁ ਹੈ ਪਰਮਾਤਮਾ, ਕੋਈ ਨਹੀਂ ਜਾਣਦਾ। ਸੋ ਇਹ ਧਰਮ ਗ੍ਰੰਥ ਵੇਦ ਕਤੇਬ ਕੁਰਾਨ ਨਾ ਆਖਰ ਜਾਣਿਆ, ਇਹ ਪਰਮਾਤਮਾ ਦੇ ਅੰਤ ਨੂੰ ਨਹੀਂ ਜਾਣਦੇ। ਸਿਫਤਾਂ ਉਹਦੀਆਂ ਕਰਦੇ ਨੇ ਪਰ ਉਹਦਾ ਅੰਤ ਨਹੀਂ ਜਾਣਦੇ। ਸੋ ਇੱਥੇ ਜਿਹੜਾ ਪਾਠ ਨਾ ਆਖਰ ਜਾਣਿਆ, ਇੱਥੇ ਪਾਠ ਅੱਖਰ ਵੀ ਹੈ, ਨਾ ਅੱਖਰ ਜਾਣਿਆ। ਪਾਠ ਅੰਤਰ ਜਿਹੜਾ ਹੈ, ਭਾਵ ਅਰਥ ਫਿਰ ਇਸ ਤਰ੍ਹਾਂ ਬਣੇਗਾ ਵੀ ਵੇਦ ਕਤੇਬ ਕੁਰਾਨ ਇਹ ਉਹਦੇ ਭੇਦ ਦੇ ਇੱਕ ਅੱਖਰ ਨੂੰ ਵੀ ਨਹੀਂ ਜਾਣਦੇ। ਉਹ ਬੇਅੰਤ ਹੈ, ਉਹਦੇ ਭੇਦ ਦਾ ਇੱਕ ਅੱਖਰ ਵੀ ਕੋਈ ਨਹੀਂ ਜਾਣ ਸਕਦਾ।
ਅਥਵਾ ਅਖਰ, ਜੋ ਖਰਨ ਤੋਂ ਰਹਿਤ ਪਰਮਾਤਮਾ ਹੈ, ਉਸ ਨੂੰ ਨਹੀਂ ਜਾਣ ਸਕਦੇ। ਪੂਰਨ ਤੌਰ 'ਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਭੇਦ ਨਹੀਂ ਜਾਣਿਆ ਜਾ ਸਕਦਾ। ਦੀਨ ਦੁਨੀ ਹੈਰਾਨ ਚੋਜ ਵਿਡਾਣਿਆ। ਦੀਨ ਦੁਨੀ, ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਲੋਕ ਪਰਲੋਕ, ਇਸ ਲੋਕ ਦੇ ਵਾਸੀ ਅਤੇ ਪਰਲੋਕ ਦੇ ਜਿਹੜੇ ਵਾਸੀ ਨੇ, ਬਸ਼ਿੰਦੇ ਹੈ, ਸਾਰੇ ਹੈਰਾਨ ਹਨ। ਕਿਉਂ? ਚੋਜ ਵਿਡਾਣਿਆ, ਉਹਦੇ ਅਸਚਰਜ ਕੌਤਕ ਵੇਖ ਕੇ, ਉਹਦੇ ਵੱਡੇ ਕੌਤਕਾਂ ਨੂੰ ਵੇਖ ਕੇ ਸਾਰੇ ਹੀ ਹੈਰਾਨ ਹੁੰਦੇ ਹੈ ਵੀ ਪਰਮਾਤਮਾ ਐਡਾ ਵੱਡਾ ਹੈ, ਕਰੋੜਾਂ ਬ੍ਰਹਿਮੰਡਾਂ ਦਾ ਉਹ ਸਿਰਜਕ ਹੈ, ਇਹਨਾਂ ਨੂੰ ਬਣਾਉਣ ਵਾਲਾ ਹੈ। ਸੋ ਉਹਦੇ ਇਹ ਅਸਚਰਜ ਕੌਤਕਾਂ ਨੂੰ ਵੇਖ ਵੇਖ ਕੇ ਦੀਨ ਦੁਨੀ, ਲੋਕ ਪਰਲੋਕ ਦੇ ਵਾਸੀ ਹੈਰਾਨ ਹੁੰਦੇ ਹੈ। ਕਾਦਰ ਨੂੰ ਕੁਰਬਾਨ ਕੁਦਰਤ ਮਾਣਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜਾ ਕਾਦਰ ਹੈ ਨਾ, ਇਸ ਕੁਦਰਤ ਨੂੰ ਰਚਣ ਵਾਲਾ, ਮੈਂ ਕਾਦਰ ਤੋਂ ਕੁਰਬਾਨ ਹਾਂ, ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਕੁਦਰਤ ਮਾਣਿਆ, ਜਿਹੜਾ ਇਸ ਕੁਦਰਤ ਦਾ ਮਾਣ ਹੈ। ਇੱਥੇ ਮਾਣ ਤੋਂ ਭਾਵ ਆਸਰਾ। ਇਹ ਜਿੰਨੀ ਵੀ ਸ੍ਰਿਸ਼ਟੀ ਹੈ ਨਾ, ਜਿੰਨੀ ਵੀ ਕੁਦਰਤ ਉਹਨੇ ਸਾਜੀ ਹੈ, ਵਾਹਿਗੁਰੂ ਜੀ ਨੇ, ਸਾਰਿਆਂ ਨੂੰ ਉਹ ਆਸਰਾ ਦੇਣ ਵਾਲਾ, ਆਸਰਾ ਰੂਪ ਉਹੀ ਹੈ। ਪੰਛੀ ਉੱਡਦੇ ਫਿਰਦੇ ਹੈ, ਪਸ਼ੂ ਤੁਰਦੇ ਹੈ, ਮਨੁੱਖ ਕਾਰ ਵਿਹਾਰਾਂ ਦੇ ਵਿੱਚ ਰੁੱਝਿਆ ਹੈ, ਸਾਰਿਆਂ ਨੂੰ ਉਸੇ ਨੇ ਆਸਰਾ ਦਿੱਤਾ ਹੈ। ਉਸੇ ਦੀ ਜੋਤ ਹੈ, ਉਹਦੀ ਚੇਤਨ ਸੱਤਾ ਕਰਕੇ ਹੀ ਜੀਵਨ ਚੱਲ ਰਿਹਾ ਹੈ। ਸੋ ਕੁਦਰਤ ਨੂੰ ਆਸਰਾ ਦੇਣ ਵਾਲਾ, ਕੁਦਰਤ ਦਾ ਆਸਰਾ ਰੂਪ ਕਾਦਰ ਪਰਮਾਤਮਾ, ਉਹਦੇ ਤੋਂ ਮੈਂ ਸਦਾ ਹੀ ਬਲਿਹਾਰ ਜਾਂਦਾ ਹਾਂ। ਪੰਜਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਥਨ ਕਰ ਰਹੇ ਹੈ ਵੀ ਇਹ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਧਰਤੀ, ਇੱਥੇ ਲੱਖਾਂ ਲੋਕ ਰਹਿੰਦੇ ਹੈ, ਅਤੇ ਇੱਥੇ ਜਿਹੜੇ ਰਸਾਂ ਦੇ ਵਿੱਚ ਫਸੇ ਹੋਏ ਹੈ, ਪਦਾਰਥਾਂ ਦੇ ਰਸ ਹਨ, ਵਿਸ਼ਿਆਂ ਦਾ ਰਸ ਹੈ, ਜਿਹੜੇ ਇਹਨਾਂ ਰਸਾਂ ਵਿੱਚ ਫਸ ਗਏ, ਉਹ ਵਾਹਿਗੁਰੂ ਦੇ ਮਹਿਲ ਤੋਂ ਦੂਰ ਰਹਿ ਗਏ। ਉਹਦੀ ਪ੍ਰਾਪਤੀ ਵਾਸਤੇ ਦੁਨੀਆ ਦੇ ਰਸਾਂ ਦਾ ਤਿਆਗ ਕਰਨਾ ਪੈਂਦਾ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਦੁਨੀਆ ਦੇ ਰਸਾਂ ਨੂੰ ਜਦੋਂ ਛੱਡ ਦਿੰਦਾ, ਉਦੋਂ ਨਾਮ ਦਾ ਸੱਚਾ ਰਸ ਇਸ ਬੰਦੇ ਨੂੰ ਆ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਫਰਮਾਨ ਕਰਦੇ ਹੈ, ਲੱਖ ਲੱਖ ਰੂਪ ਸਰੂਪ ਅਨੂਪ ਧਿਆਵਹੀ। ਇੱਥੇ ਲੱਖਾਂ ਹੀ ਰੂਪਾਂ ਵਾਲੇ, ਲੱਖਾਂ ਹੀ ਸੋਹਣੇ ਸਰੂਪਾਂ ਵਾਲੇ, ਅਨੂਪ, ਉਪਮਾ ਜਿਨ੍ਹਾਂ ਦੀ ਨਹੀਂ ਕੀਤੀ ਜਾ ਸਕਦੀ, ਉਪਮਾ ਤੋਂ ਰਹਿਤ ਜਿਹੜੇ ਨੇ, ਇਹ ਲੱਖਾਂ ਹੀ ਪਰਮਾਤਮਾ ਨੂੰ ਧਿਆਉਂਦੇ ਹੈ। ਸਿਧਾਵਹੀ, ਵਾਹਿਗੁਰੂ ਸਿਧਾਵਹੀ ਦਾ ਭਾਵ ਇਹ ਹੈ ਵੀ ਚਲੇ ਜਾਂਦੇ ਆ। ਇੱਥੇ ਲੱਖਾਂ ਰੂਪਾਂ ਵਾਲੇ, ਸੋਹਣੇ ਸਰੂਪਾਂ ਵਾਲੇ ਆਏ, ਅਤੇ ਐਸੇ ਸਨ ਜਿਹੜੇ ਅਨੂਪ, ਜਿਨ੍ਹਾਂ ਦੀ ਉਪਮਾ ਵਾਸਤੇ ਕੋਈ ਉਪਮਾਨ ਨਹੀਂ ਹੈ, ਕਿਸੇ ਦੂਜੇ ਦੇ ਨਾਲ ਜਿਨ੍ਹਾਂ ਦੀ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਸਿਧਾਵਹੀ, ਉਹ ਦੁਨੀਆ ਤੋਂ ਤੁਰ ਜਾਂਦੇ, ਮਰ ਜਾਂਦੇ ਹੈ। ਯੂਸਫ ਵਰਗੇ ਆਏ, ਉਹ ਵੀ ਦੁਨੀਆ ਤੋਂ ਤੁਰ ਗਏ। ਇਸੇ ਲਈ ਬਾਬਾ ਕਬੀਰ ਸਾਹਿਬ ਨੇ ਕਿਹਾ ਬਾਣੀ ਦੇ ਵਿੱਚ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕਾਂਚੁਰੀ ਭੁਯੰਗ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੋਹਣੇ ਸਰੀਰ ਦਾ ਹੰਕਾਰ ਨਾ ਕਰ, ਅੱਜ ਨਹੀਂ ਤੇ ਭਲਕ ਨੂੰ ਇਸ ਤਰ੍ਹਾਂ ਸਰੀਰ ਨੂੰ ਛੱਡ ਕੇ ਚਲਿਆ ਜਾਵੇਂਗਾ ਜਿਵੇਂ ਸੱਪ ਕੁੰਜ ਨੂੰ ਲਾਹ ਦਿੰਦਾ ਹੈ। ਸੋ ਲੱਖਾਂ ਹੀ ਰੂਪਾਂ ਵਾਲੇ, ਸਰੂਪਾਂ ਵਾਲੇ, ਅਨੂਪ ਜਿਹੜੇ ਉਪਮਾ ਤੋਂ ਰਹਿਤ, ਉਹ ਦੁਨੀਆ ਤੋਂ ਤੁਰ ਜਾਂਦੇ ਹੈ। ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ। ਪਰਮਾਤਮਾ ਦੀ ਇਹ ਜਿਹੜੀ ਰਚਨਾ ਹੈ, ਇਹਦੇ ਵਿੱਚ ਰੰਗ, ਕਈ ਤਰ੍ਹਾਂ ਦੇ ਰੰਗ, ਅਤੇ ਬਿਰੰਗ ਕਈ ਰੰਗਾਂ ਤੋਂ ਬਿਨਾਂ, ਸੁਰੰਗ ਕਈ ਸੋਹਣੇ ਰੰਗਾਂ ਵਾਲੇ ਹੋ ਕੇ
ਤਰੰਗ ਬਣਾ ਵੀ ਕੌਤਕ ਕਰਦੇ ਨੇ। ਪੰਛੀ ਵੇਖੋ ਚਹਿਲ ਪਹਿਲ ਕਰ ਰਹੇ ਨੇ, ਰੰਗਾਂ ਵਾਲੇ, ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲੇ, ਰੰਗਾਂ ਤੋਂ ਰਹਿਤ ਜਿਹੜੇ ਉਹ ਕੌਤਕ ਕਰ ਰਹੇ ਨੇ। ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ ਹੈ। ਰਾਗ ਨਾਦ ਵਿਸਮਾਦ ਗੁਣ ਨਿਧ ਗਾਵਹੀ। ਕਈ ਜਿਹੜੇ ਹੈ ਰਾਗ ਅਤੇ ਨਾਦ ਵਾਜੇ ਵਿਸਮਾਦ, ਕਈ ਇੱਥੇ ਰਾਗ ਹਨ, ਕਈ ਵਾਜੇ ਅਸਚਰਜ ਰੂਪ ਨੇ। ਕਈ ਐਸੇ ਰਾਗ ਨੇ ਜਿਹੜੇ ਵਿਸਮਾਦਤਾ ਵਿੱਚ ਲੈ ਜਾਣ ਵਾਲੇ, ਐਸੇ ਵਾਜੇ ਨੇ ਜਿਨ੍ਹਾਂ ਦੀ ਧੁਨੀ ਸੁਣ ਕੇ ਬੰਦਾ ਵਿਸਮਾਦ ਵਿੱਚ ਚਲਿਆ ਜਾਂਦਾ। ਗੁਣ ਨਿਧ ਗਾਵਹੀ, ਅਤੇ ਇਹ ਸਾਰੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਗਾਉਂਦੇ ਹੈ। ਰਸ ਕਸ ਲੱਖ ਸੁਆਦ ਚਖ ਚਖਾਵਹੀ। ਕਈ ਦੁਨੀਆ 'ਤੇ ਰਸ ਕਸ ਹਨ ਅਤੇ ਕਈ ਰਸਾਂ ਕਸਾਂ ਦੇ ਲੱਖਾਂ ਹੀ ਸਵਾਦ ਹਨ। ਚੱਖ, ਉਹ ਆਪ ਉਹਨਾਂ ਸਵਾਦਾਂ ਨੂੰ ਚੱਖਦੇ ਹੈ ਅਤੇ ਹੋਰਾਂ ਨੂੰ ਚਖਾਉਂਦੇ ਹੈ ਵੀ ਆਹ ਸਵਾਦ ਮੈਂ ਚੱਖਿਆ, ਤੂੰ ਵੀ ਇਹਦਾ ਸਵਾਦ ਚੱਖ ਕੇ ਵੇਖ ਲੈ। ਸੋ ਸਵਾਦਾਂ ਨੂੰ, ਮਿੱਠੇ ਕੌੜੇ ਰਸਾਂ ਕਸਾਂ ਨੂੰ ਚੱਖਣ ਵਾਲੇ ਬਹੁਤ ਨੇ ਦੁਨੀਆ 'ਤੇ। ਗੰਧ ਸੁਗੰਧ ਕਰੋੜ ਮਹਿ ਮਹਿਕਾਵਹੀ। ਗੰਧ ਸੁਗੰਧ ਦਾ ਭਾਵ ਹੈ ਖੁਸ਼ਬੂਆਂ ਦੇ ਵਿੱਚੋਂ ਚੰਗੀ ਜਿਹੜੀ ਸੋਹਣੀ ਖੁਸ਼ਬੂ ਹੈ, ਸੁਗੰਧੀ ਹੈ। ਕਰੋੜਾਂ ਹੀ ਨੇ, ਕਰੋੜਾਂ ਸੁਗੰਧੀਆਂ ਵਿੱਚ ਲੋਕ ਲੱਗੇ ਹੋਏ ਹੈ। ਮਹਿ ਮਹਿਕਾਵਹੀ, ਅਤੇ ਮਹਿ ਧਰਤੀ ਨੂੰ ਮਹਿਕਾਉਂਦੇ ਹੈ। ਜਿੱਥੇ ਕਿਤੇ ਉਹਨਾਂ ਨੇ ਬੈਠਣਾ ਹੁੰਦਾ ਉੱਥੇ ਧਰਤੀ ਨੂੰ ਖੁਸ਼ਬੂ ਦੇ ਨਾਲ ਮਹਿਕਾ ਦਿੰਦੇ ਹੈ। ਗੈਰ ਮਹਿਲ ਸੁਲਤਾਨ ਮਹਿਲ ਨਾ ਪਾਵਹੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇੱਥੇ ਲੱਖਾਂ ਰੂਪਾਂ ਸਰੂਪਾਂ ਵਾਲੇ ਆਏ, ਉਹ ਤੁਰ ਗਏ। ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲੇ, ਕੌਤਕ ਕਰਨ ਵਾਲੇ, ਉਹ ਵੀ ਤੁਰ ਗਏ। ਰਾਗਾਂ ਨਾਦਾਂ ਨੂੰ ਗਾਉਣ ਵਜਾਉਣ ਵਾਲੇ ਚਲੇ ਗਏ। ਸਵਾਦਾਂ ਨੂੰ ਮਾਨਣ ਵਾਲੇ, ਸੁਗੰਧੀਆਂ ਨੂੰ ਮਾਨਣ ਵਾਲੇ ਸਮੇਂ ਨਾਲ ਤੁਰ ਗਏ। ਅਤੇ ਜਿਹੜੇ ਇਹਨਾਂ ਰਸਾਂ ਦੇ ਵਿੱਚ ਫਸੇ ਰਹੇ, ਗੈਰ ਮਹਿਲ ਸੁਲਤਾਨ। ਸੁਲਤਾਨ ਕੌਣ ਹੈ? ਪਰਮਾਤਮਾ। ਕਹਿੰਦੇ ਉਹ ਪਰਮਾਤਮਾ ਦੇ ਮਹਿਲ ਤੋਂ ਬਿਨਾਂ ਹੋ ਗਏ, ਗੈਰ ਮਹਿਲ। ਉਹਨਾਂ ਨੂੰ ਵਾਹਿਗੁਰੂ ਦਾ ਮਹਿਲ ਨਹੀਂ ਪ੍ਰਾਪਤ ਹੋਇਆ। ਮਹਿਲ ਨਾ ਪਾਵਹੀ, ਅਤੇ ਉਹ ਜੂਨੀਆਂ ਵਿੱਚ ਭਟਕਦੇ ਰਹੇ, ਉਹਨਾਂ ਨੂੰ ਸਵਰੂਪ ਰੂਪ ਮਹਿਲ ਨਹੀਂ ਪ੍ਰਾਪਤ ਹੋਇਆ। ਜਿਹੜੇ ਰਸਾਂ ਦੇ ਵਿੱਚ ਫਸੇ ਨੇ ਉਹ ਪ੍ਰਭੂ ਦੇ ਸੱਚਖੰਡ ਮਹਿਲ ਨੂੰ ਪ੍ਰਾਪਤ ਨਹੀਂ ਕਰ ਸਕਦੇ, ਅਥਵਾ ਉਹਨਾਂ ਨੂੰ ਸਵਰੂਪ, ਆਪਣੇ ਨਿਜ ਸਵਰੂਪ ਮਹਿਲ ਦੀ ਪ੍ਰਾਪਤੀ ਨਹੀਂ ਹੋਈ। ਉਹ ਗੈਰ ਮਹਿਲ ਦਾ ਮਤਲਬ ਰੱਬ ਦੇ ਮਹਿਲ ਤੋਂ ਦੂਰ ਹੀ ਰਹੇ ਹੈ। ਉਹ ਨੇੜੇ ਨਹੀਂ ਆ ਸਕੇ ਪ੍ਰਭੂ ਦੇ ਮਹਿਲ ਦੇ, ਜਿਸ ਕਰਕੇ ਪਰਮਾਤਮਾ ਦੇ ਵਿੱਚ ਅਭੇਦਤਾ ਹੋਣੀ ਸੀ। ਸੋ ਦੂਰ ਰਹੇ ਨੇ ਪਰਮਾਤਮਾ ਤੋਂ, ਔਰ ਉਹਨਾਂ ਨੂੰ ਮਾਲਕ ਦੇ ਮਹਿਲ ਦੀ ਪ੍ਰਾਪਤੀ ਨਹੀਂ ਹੋਈ ਹੈ। ਸੋ ਅਗਲੀ 6ਵੀਂ ਪੌੜੀ ਜਿਹੜੀ ਹੈ, ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਥਨ ਕਰ ਰਹੇ ਨੇ। ਸਿਵ ਸਕਤੀ ਦਾ ਮੇਲ ਦੁਬਦਾ ਹੋਵਈ। ਸਿਵ ਅਤੇ ਸ਼ਕਤੀ ਦਾ ਮੇਲ, ਇਹ ਦੁਬਦਾ ਰੂਪ ਜਗਤ ਪੈਦਾ ਹੋਇਆ ਹੈ। ਸਿਵ ਕਲਿਆਣ ਸਰੂਪ ਪਰਮਾਤਮਾ, ਉਹਦੀ ਚੇਤਨ ਸ਼ਕਤੀ ਹੈ, ਅਤੇ ਸ਼ਕਤੀ ਤੋਂ ਭਾਵ ਹੈ ਮਾਇਆ, ਜੜ। ਜੜ ਅਤੇ ਚੇਤਨ ਦਾ ਮੇਲ ਹੈ, ਅਤੇ ਇਹ ਜੜ ਅਤੇ ਚੇਤਨ ਦੇ ਮੇਲ ਕਰਕੇ ਇਹ ਸੰਸਾਰ ਦਾ ਕੰਮ ਚੱਲ ਰਿਹਾ। ਇਹ ਜੋ ਸੰਸਾਰ ਦੁਬਦਾ ਰੂਪ ਹੈ, ਜਿਵੇਂ ਸਰੀਰ ਹੈ ਇਹ ਜੜ ਹੈ, ਇਹ ਆਪੇ ਕੁਝ ਨਹੀਂ ਕਰ ਸਕਦਾ। ਜਦੋਂ ਇਹਦੇ ਵਿੱਚ ਚੇਤਨ ਰੱਬ ਦੀ ਜੋਤ ਹੈ, ਉਦੋਂ ਵੇਖਦਾ ਵੀ ਹੈ, ਸੁਣਦਾ ਵੀ ਹੈ। ਅੱਖਾਂ ਵੇਖਦੀਆਂ, ਕੰਨ ਸੁਣਦੇ ਹੈ, ਹੱਥ ਪੈਰ ਕੰਮ ਕਾਰ ਕਰਦੇ ਹੈ। ਪੱਖੇ ਜੜ ਹਨ, ਜਦੋਂ ਬਿਜਲੀ ਆ ਜਾਂਦੀ, ਕਰੰਟ ਇਹਨਾਂ ਵਿੱਚ, ਉਹ ਚੇਤਨ ਹੈ, ਉਦੋਂ ਇਹ ਚੱਲਦੇ, ਕੰਮ ਕਰਦੇ ਹੈ। ਜੜ ਅਤੇ ਚੇਤਨ ਦਾ ਮੇਲ ਹੈ। ਸੋ ਇਹ ਦੁਬਦਾ ਰੂਪ ਜਗਤ ਬਣਿਆ ਹੈ। ਤ੍ਰੈ ਗੁਣ ਮਾਇਆ ਖੇਲ ਭਰ ਭਰ ਧੋਵਈ। ਭਾਈ ਗੁਰਦਾਸ ਜੀ ਫਰਮਾਉਂਦੇ ਜਿਹੜੀ ਤ੍ਰਿਗੁਣੀ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਜਿਹੜੀ ਤਿੰਨਾਂ ਗੁਣਾਂ ਵਾਲੀ ਮਾਇਆ ਹੈ ਨਾ, ਇਹ ਸਾਰੀ ਮਾਇਆ ਦੀ ਖੇਡ ਹੈ। ਭਰ ਭਰ ਧੋਵਈ। ਲੋਕ ਜਿਹੜੇ ਨੇ ਨਾ ਔਗਣਾਂ ਦੇ ਨਾਲ ਆਪਣੇ ਆਪ ਨੂੰ ਭਰ ਭਰ ਕੇ ਫਿਰ ਧੋਣ ਲੱਗ ਪੈਂਦੇ ਹੈ।
ਜਿਹੜੇ ਰਜੋ ਤੇ ਤਮੋ ਗੁਣ ਵਾਲੇ ਹੈ, ਔਗਣਾਂ ਨਾਲ ਭਰਦੇ ਹੈ ਆਪਣੇ ਆਪ ਨੂੰ, ਅਤੇ ਫਿਰ ਜਦੋਂ ਸਤੋ ਗੁਣ ਧਾਰਨ ਕਰਦੇ ਉਦੋਂ ਧੋਂਦੇ ਹੈ। ਪਹਿਲੋਂ ਔਗਣ ਕਰਦੇ ਹੈ, ਫਿਰ ਉਹਨਾਂ ਨੂੰ ਧੋਂਦੇ ਹੈ। ਇਹ ਖੇਡ ਜਿਹੜੀ ਹੈ ਨਾ ਦੁਨੀਆ 'ਚ ਚੱਲ ਰਹੀ ਹੈ। ਚਾਰ ਪਦਾਰਥ ਭੇਲ ਹਾਰ ਪਰੋਵਈ। ਸੋ ਇਸੇ ਤਰ੍ਹਾਂ ਚਾਰ ਪਦਾਰਥ ਜਿਹੜੇ ਨੇ ਧਰਮ, ਅਰਥ, ਕਾਮ, ਮੋਕਸ਼, ਭੇਲ ਦਾ ਅਰਥ ਮਿਲਾਉਣਾ, ਇਹਨਾਂ ਚਾਰੇ ਪਦਾਰਥਾਂ ਨੂੰ ਮਿਲਾ ਕੇ ਹਾਰ ਪਰੋਵਈ। ਜਿਵੇਂ ਗਲੇ ਵਿੱਚ ਹਾਰ ਪਰੋਇਆ ਜਾਂਦਾ ਨਾ, ਸੋ ਇਸ ਤਰ੍ਹਾਂ ਆਪਣੇ ਗਲੇ ਵਿੱਚ ਹਾਰ ਪਰੋ ਲੈਂਦੇ ਨੇ ਇਹਨਾਂ ਚਾਰ ਪਦਾਰਥਾਂ ਦਾ। ਭਾਵ ਜਿਹੜੇ ਸਤੋ ਗੁਣ ਵਾਲੇ ਧਰਮ, ਅਰਥ, ਕਾਮ, ਮੋਖ ਨੂੰ ਪ੍ਰਾਪਤ ਕਰਦੇ ਹੈ, ਸੋ ਉਹ ਅੰਤ ਨੂੰ ਮੁਕਤੀ ਪਾਉਂਦੇ ਹੈ। ਪੰਜ ਤਤ ਪਰਵੇਲ ਅੰਤ ਵਿਗੋਵਈ। ਪਰਵੇਲ ਦਾ ਅਰਥ ਹੁੰਦਾ ਪੁਤਲਾ। ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜਾ ਪੰਜਾਂ ਤੱਤਾਂ ਦਾ ਪੁਤਲਾ ਨਾ, ਇਹ ਜਿਹੜਾ ਮਨੁੱਖੀ ਸਰੀਰ ਹੈ ਪੰਜਾਂ ਤੱਤਾਂ ਦਾ ਪੁਤਲਾ, ਅੰਤ ਵਿਗੋਵਈ, ਇਹ ਅੰਤ ਨੂੰ ਅਖੀਰ ਨੂੰ ਨਾਸ਼ ਹੋ ਜਾਂਦਾ ਹੈ। ਇਹ ਪੰਜਾਂ ਤੱਤਾਂ ਦਾ ਪੁਤਲਾ ਇਹ ਸਦਾ ਰਹਿਣ ਵਾਲਾ ਨਹੀਂ। ਜਦੋਂ ਸਮਾਂ ਆਉਂਦਾ ਹੈ ਨਾ, ਇਹ ਖਤਮ ਹੋ ਜਾਂਦਾ, ਇਹ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ। ਅਤੇ ਜਿਹੜੇ ਔਗਣਾਂ ਨੂੰ ਕਰਦੇ, ਵਿਕਾਰਾਂ ਨੂੰ ਭੋਗਦੇ ਹੈ, ਉਹਨਾਂ ਨੂੰ ਫਿਰ ਵਾਰ-ਵਾਰ ਜਨਮ ਧਾਰਨਾ ਪੈਂਦਾ ਹੈ। ਛਿਅ ਰੁੱਤ ਬਾਰਹਿ ਮਾਹ ਹੱਸ ਹੱਸ ਰੋਵਈ। ਅਤੇ ਅੱਗੇ ਜਦੋਂ ਉਹ ਜੂਨੀਆਂ ਵਿੱਚ ਪੈ ਜਾਂਦੇ, ਜਨਮ ਧਾਰਦੇ ਹੈ, ਅਤੇ ਫਿਰ ਜਿਹੜੀਆਂ 6 ਰੁੱਤਾਂ ਅਤੇ 12 ਮਹੀਨੇ ਨੇ, 6 ਰੁੱਤਾਂ 12 ਮਹੀਨਿਆਂ ਦੇ ਵਿੱਚ ਹੱਸ ਹੱਸ ਰੋਵਈ। ਕਦੇ ਹੱਸਦੇ ਹੈ, ਕਦੇ ਰੋਂਦੇ ਹੈ, ਜੂਨੀਆਂ ਵਿੱਚ ਪਏ। ਕਦੇ ਦੁੱਖ ਆਉਂਦੇ ਹੈ, ਕਦੇ ਸੁੱਖ ਆਉਂਦੇ ਹੈ। ਦੁੱਖ ਆਉਂਦਾ ਉਦੋਂ ਰੋਂਦਾ ਹੈ ਬੰਦਾ, ਸੁੱਖ ਆਉਂਦੇ ਹੈ ਉਦੋਂ ਫਿਰ ਖੁਸ਼ ਹੁੰਦੇ ਹੈ। ਸੋ ਇਹ ਜਿਹੜਾ ਸਿਲਸਿਲਾ ਨਾ, ਇਹ ਜਿਹੜਾ ਚੱਕਰ ਹੈ, ਇਹ ਚੱਲਦਾ ਰਹਿੰਦਾ ਹੈ। ਰਿੱਧ ਸਿੱਧ ਨਵ ਨਿੱਧ ਨੀਂਦ ਨਾ ਸੋਵਈ। ਸੋ ਜਿਹੜੇ ਦੁਬਿਧਾ ਵਿੱਚ ਪਏ ਹੋਏ ਹੈ, ਪਰਮਾਤਮਾ ਦੇ ਚਰਨਾਂ ਵਿੱਚ ਲਿਵ ਨਹੀਂ ਲਾਉਂਦੇ, ਉਹਦਾ ਨਾਮ ਨਹੀਂ ਜਪਦੇ, ਭਾਵੇਂ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਅਤੇ 9 ਨਿੱਧੀਆਂ ਮਿਲ ਜਾਣ, ਨੀਂਦ ਨਾ ਸੋਵਈ। ਉਹ ਕਦੇ ਚੈਨ ਦੀ, ਸ਼ਾਂਤੀ ਦੀ ਨੀਂਦ ਨਹੀਂ ਸੌਂ ਸਕਦੇ, ਕਿਉਂਕਿ ਦੁਬਿਧਾ ਦੇ ਵਿੱਚ ਸਦਾ ਹੀ ਖੁਆਰੀ ਹੈ। ਅਤੇ ਜਿਹੜਾ ਇੱਕ ਦੇ ਨਾਲ ਜੁੜ ਜਾਂਦਾ ਵਾਹਿਗੁਰੂ ਦੇ ਨਾਲ, ਉਹ ਮੁਕਤ ਹੋ ਜਾਂਦਾ। ਪਰ ਬੰਦਾ ਇਹ ਜਿਹੜਾ ਦੁਬਿਧਾ ਰੂਪ ਸੰਸਾਰ, ਇਹਦੇ ਨਾਲ ਹੀ ਜੁੜਿਆ, ਨਿਰੰਕਾਰ ਦੇ ਨਾਲ ਨਹੀਂ ਜੁੜਿਆ। ਸੋ ਜਿਹੜੇ ਗੁਰਮੁਖ ਨੇ ਉਹ ਸੰਸਾਰ ਤੋਂ ਉਪਰਾਮ ਹੋ ਕੇ ਪ੍ਰਭੂ ਚਰਨਾਂ ਦੇ ਨਾਲ ਜੁੜਦੇ ਹੈ, ਜਿਸ ਕਰਕੇ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ। ਛਿਅ ਰੁੱਤ ਬਾਰਹਿ ਮਾਹ ਹੱਸ ਹੱਸ ਰੋਵਈ। ਰਿੱਧ ਸਿੱਧ ਨਵ ਨਿੱਧ ਨੀਂਦ ਨਾ ਸੋਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।